ਹਾਂਜੀ ਜੀ 27ਵੀਂ ਮੁਲਾਕਾਤ ਉਹ ਅੱਜ ਸਵੇਰ ਦੀਆਂ ਦੋ ਬੜੀਆਂ ਇੰਟਰਸਟਿੰਗ ਗੱਲਾਂ ਵਾਪਰੀਆਂ। ਹਾਂਜੀ, ਕੱਲ ਮੈਂ ਸੁਣ ਰਿਹਾ ਸੀ ਨਾ ਅਨੁਸ਼ਕਾ ਸ਼ੰਕਰ ਜੀ ਦਾ ਕੁਝ ਕੌਨਸਰਟ ਦੇ ਹਾਈਲਾਈਟਸ, ਤੇ ਉਹ ਕੱਲ ਦੇ ਲੈਕਚਰ 'ਚ ਇੱਕ ਸਾਡੇ ਬੜੇ ਪੁਰਾਣੇ ਲੰਡਨ ਦੇ ਸਮੇਂ ਦੇ ਇੱਕ ਮਿੱਤਰ ਨੇ, ਇੱਕ ਮੀਰਾ ਜੀ, ਜਿਹੜੀ ਕਿ ਉੱਥੋਂ ਦੀ ਲੰਡਨ ਦੀ ਕਲਚਰਲ ਲਾਈਫ ਦੇ ਵਿੱਚ ਬੜੇ ਜਾਣੇ ਪਛਾਣਾ ਚਿਹਰਾ ਹੈ। ਉਹਨਾਂ ਨੇ ਮੇਰੀ ਉੱਥੇ ਫੇਸਬੁੱਕ ਦੇ ਉੱਤੇ ਕਮੈਂਟ ਜਿਹਾ ਲਿਖ ਦਿੱਤਾ ਕਿ ਅਨੁਸ਼ਕਾ ਦੇ ਸ਼ੰਕਰ ਦੀ ਗੱਲ ਸੁਣ ਕੇ ਨਾ ਮੈਂ ਅਨੁਸ਼ਕਾ ਨੂੰ ਦੱਸਾਂਗੀ ਤੁਹਾਡੇ ਲੈਕਚਰਾਂ ਬਾਰੇ। ਉਹ ਮੇਰੇ ਅੰਦਰ ਇੱਕਦਮ ਨਰਵਸਨੈਸ ਹੋ ਗਈ ਕਿ ਭਈ ਕਿਉਂਕਿ ਇਹੋ ਜਿਹੀ ਨਰਵਸਨੈਸ ਕੋਈ ਆਲਮੋਸਟ 30 ਸਾਲ ਪਹਿਲੇ 1990-91 'ਚ ਜਦੋਂ ਅਨੁਸ਼ਕਾ ਦੇ ਪਿਤਾ ਜੀ ਪੰਡਿਤ ਰਵੀ ਸ਼ੰਕਰ ਜੀ ਸਾਡੇ ਘਰ ਆਏ ਸੀ ਦੁਪਹਿਰ ਦਾ ਭੋਜਨ ਖਾਣ, ਤੇ ਸਿਰਫ 2 ਦਿਨ ਪਹਿਲਾਂ ਹੀ ਉਹਨਾਂ ਦੇ ਵੱਲੋਂ ਸੁਨੇਹਾ ਆਇਆ ਸੀ ਕਿ ਵੀ ਅਸੀਂ ਆਵਾਂਗੇ ਤੁਹਾਡੇ ਘਰ, ਤੇ ਉਦੋਂ ਨਰਵਸ ਹੋਇਆ ਸਾਂ। ਇਹ ਹੁਣ ਅਨੁਸ਼ਕਾ ਵਾਲੀ ਗੱਲ ਸੁਣ ਕੇ ਫੇਰ ਨਾ ਨਰਵਸਨੈਸ ਜੀ ਬੋਡੀ 'ਚ ਹੋਈ, ਪਤਾ ਨਹੀਂ ਕਿਉਂ ਤੇ ਕਿਵੇਂ, ਕਿਉਂਕਿ ਇਹ ਇੰਨੇ ਨੋਬੈਲ ਪ੍ਰਾਈਜ਼ ਵਿਨਰਸ ਦੇ ਨਾਲ ਮਿਲ ਕੇ ਇਕੱਠੀਆਂ ਰੋਟੀਆਂ ਖਾ ਕੇ ਹੱਸ ਕੇ ਉਹ ਵੀ ਨਹੀਂ ਕਦੇ ਹੋਈ। ਸ਼ਾਇਦ ਇਸ ਲਈ ਕਿਉਂਕਿ ਮੈਂ ਅਨੁਸ਼ਕਾ ਦਾ ਬੜਾ ਵੱਡਾ ਐਡਮਾਇਰਰ ਹਾਂ। ਉਹਨੇ ਹਿੰਦੁਸਤਾਨੀ ਮਿਊਜ਼ਿਕ ਨੂੰ ਇੱਕ ਨਵਾਂ ਰੂਪ ਦੇ ਰਹੀ ਹੈ ਕਿ ਸਿਰਫ ਹਿੰਦੁਸਤਾਨੀ ਕਲਾਸੀਕਲ ਮਿਊਜ਼ਿਕ ਜਿਹੜਾ ਨਾ ਉਹ ਅੱਖਾਂ ਬੰਦ ਕਰਕੇ ਤੇ ਸਪਿਰਚੁਅਲਿਟੀ ਤੇ ਆਤਮਾ ਦੀ ਸ਼ਾਂਤੀ ਲਈ ਨਹੀਂ ਹੈ, ਉਹ ਝੰਜੋੜਦਾ ਹੈ। ਉਹਦੀ ਲੈਂਡ ਆਫ ਗੋਲਡ ਤੇ ਟਰੈਵਲਰਸ ਦੇਖੋ ਨਾ, ਉਹ ਪੋਲੀਟੀਕਲ ਮਿਊਜ਼ਿਕ ਹੁੰਦਾ। ਮੈਨੂੰ ਤਾਂ ਬੜਾ ਪਸੰਦ ਹੈ, ਪਰ ਇਹ ਕਹਾਣੀਆਂ ਕਦੇ ਫੇਰ ਸੁਣਾਵਾਂਗੇ ਜੇ ਕਦੇ ਇਸ ਸੀਰੀਜ਼ ਦੇ ਖਤਮ ਹੋਣ ਤੋਂ ਬਾਅਦ ਕਿਸੇ ਨੂੰ ਇਸ ਗੱਲ 'ਤੇ ਦਿਲਚਸਪੀ ਹੋਈ ਕਿ ਮੇਰੀ ਜ਼ਿੰਦਗੀ ਦੀ ਕਹਾਣੀ ਕੀ ਹੈ, ਉਦੋਂ ਕਰਾਂਗੇ ਗੱਲਾਂ। ਹਾਂਜੀ, ਦੂਜੀ ਜਿਹੜੀ ਅੱਜ ਫਿਰ ਇੱਕ ਚੰਗੀ ਖਬਰ ਜਿਹਦੇ ਨਾਲ ਮਨ ਨੂੰ ਚੰਗਾ ਲੱਗਾ, ਸੋਹੰਗ ਲੱਗਾ ਆਪਣੇ ਬਾਰੇ, ਉਹ ਸੀ ਕਿ ਬ੍ਰਿਟਨ ਦੀ ਯੂਨਾਈਟਿਡ ਕਿੰਗਡਮ ਦੀ ਬੜੀ ਫੇਮਸ ਯੂਨੀਵਰਸਿਟੀ ਆਫ ਬ੍ਰਾਈਟਨ, ਉਹਨਾਂ ਨੇ ਮੈਨੂੰ ਆਨਰੇਰੀ ਵਿਜ਼ਿਟਿੰਗ ਪ੍ਰੋਫੈਸਰ ਅਗਲੇ 3 ਸਾਲ ਦੇ ਲਈ ਮੈਨੂੰ ਦਿੱਤੀ ਹੈ। ਇਹਦੇ ਬਾਰੇ 5-6 ਮਹੀਨੇ ਪਹਿਲੇ ਥੋੜ੍ਹੀ ਘੁੰਮਦੀ ਖਬਰ ਲੀਕ ਤੇ ਹੋਈ ਸੀ ਮੈਨੂੰ ਕਿ ਵੀ ਤੁਹਾਡੇ ਨਾਮ ਯੂਨੀਵਰਸਿਟੀ ਦੀ ਸੈਨੇਟ ਦੇ ਵਿੱਚ ਤੇ ਬੋਰਡ ਆਫ ਪ੍ਰੋਫੈਸਰ 'ਚ ਕੰਸੀਡਰ ਹੋ ਰਿਹਾ, ਪਰ ਇਹ ਫਿਰ ਅੱਜ ਬੜੀ ਸਵੇਰੇ ਸਰਪ੍ਰਾਈਜ਼ ਸੀ। ਤੇ ਇਹਨੂੰ ਇੰਜੋਏ ਕਰਨਾ ਹੈ, ਇਹਨੂੰ ਇਹਨੂੰ ਮੈਂ ਸੋਹੰਗ ਕਹਿੰਦੇ, ਇਹਦੀ ਗੱਲ ਸ਼ਾਇਦ ਬਾਅਦ 'ਚ ਆਏਗੀ ਕਿ ਉਹਦਾ ਮੇਰਾ ਪੂਰਾ ਹੱਕ ਹੈ ਤੇ ਮੈਨੂੰ ਚੰਗਾ ਵੀ ਲੱਗਦਾ। ਇਸ ਤੋਂ ਪਹਿਲੇ ਵੀ ਕਈਆਂ ਨੇ ਮੈਨੂੰ ਥੋੜ੍ਹੀ ਬਹੁਤੀ ਮਾਨਤਾ ਦਿੱਤੀ ਹੈ। ਤੋਂ 10 ਸਾਲ ਪਹਿਲੇ ਰਸ਼ੀਅਨ ਅਕੈਡਮੀ ਆਫ ਮੈਡੀਕਲ ਸਾਇੰਸ ਨੇ ਮੈਨੂੰ ਆਨਰੇਰੀ ਡਾਕਟਰੇਟ ਤੇ ਪ੍ਰੋਫੈਸਰਸ਼ਿਪ ਦਿੱਤੀ ਸੀ। ਫਿਰ ਉਸ ਤੋਂ ਬਾਅਦ ਚੈੱਕ ਰਿਪਬਲਿਕ ਦੇ ਵਿੱਚ ਓਲੂਮੁਕ ਯੂਨੀਵਰਸਿਟੀ ਵਾਲਿਆਂ ਨੇ 2 ਵਾਰੀ 5-5 ਸਾਲ ਦੀ ਵਿਜ਼ਿਟਿੰਗ ਪ੍ਰੋਫੈਸਰ ਮੈਨੂੰ ਦਿੱਤੀ ਹੋਈ ਹੈ। ਪੋਲੈਂਡ ਦੇ ਵਿੱਚ ਯੂਨੀਵਰਸਿਟੀ ਆਫ ਸ਼ੈਸ਼ੋਵ ਹੈ, ਉੱਥੇ ਮੈਂ ਜਾ ਕੇ ਪੜ੍ਹਾਇਆ ਵੀ ਹੈ ਤੇ ਉਹਨਾਂ ਨੇ ਮੈਨੂੰ ਵਿਜ਼ਿਟਿੰਗ ਪ੍ਰੋਫੈਸਰ ਦਿੱਤੀ। ਸੋ ਚੰਗਾ ਲੱਗਦਾ ਕਿ ਸਾਇੰਸਦਾਨ ਨੂੰ ਕਿ ਤੁਹਾਡੀ ਹਾਲੀ ਕਿਸੇ ਨੂੰ ਲੱਗਦਾ ਕਿ ਤੁਸੀਂ ਉਹਨਾਂ ਦੇ ਕਿਸੇ ਯੋਗ ਹੋ, ਕੋਈ ਗੱਲ ਸਾਂਝੀ ਕਰ ਸਕਦੇ ਹੋ, ਕੋਈ ਗਾਈਡੈਂਸ ਦੇ ਸਕਦੇ ਹੋ। ਇਹ ਮਨੁੱਖ ਦੀ ਬੜੀ ਇੰਪੋਰਟੈਂਟ ਲੋੜ ਹੁੰਦੀ ਹੈ ਕਿ ਵਿਜ਼ੀਬਿਲਿਟੀ ਰਹਿਣੀ, ਤੇ ਵੀ ਮੈਂ ਹਾਲੀ ਵੀ ਕੁਛ ਅਗਲੇ ਮੈਨੂੰ ਲੱਗਦਾ ਕਿ ਜਾਣਦੇ ਨੇ। ਉਹ ਕਈ ਵਾਰ ਇਹ ਹੋ ਜਾਂਦਾ ਹੈ ਕਿ ਆਪਣੇ ਦੇਸ਼ 'ਚ ਨਹੀਂ ਹੁੰਦੀ। ਮੈਂ ਜਿਵੇਂ ਮੈਨੂੰ ਕਈ ਵਾਰ ਲੋਕ ਹੱਸਦੇ ਹੁੰਦੇ ਕਿ ਮੈਂ ਡੈਨਮਾਰਕ ਦਾ ਐਡਾ ਵਰਲਡ ਫੇਮਸ ਸਾਇੰਸਦਾਨ ਹਾਂ ਕਿ ਜਿਹਨੂੰ ਡੈਨਮਾਰਕ 'ਚ ਕੋਈ ਨਹੀਂ ਜਾਣਦਾ। ਉਹ ਇੰਝ ਹੀ ਹੁੰਦਾ, ਘਰ ਦਾ ਜੋਗੀ ਜੋਗੜਾ ਹੀ ਹੁੰਦਾ। ਪਰ ਚਲੋ ਅਸੀਂ ਗੱਲਾਂ ਕਰਨੀਆਂ ਨੇ ਉਸੇ ਗੱਲ ਨੂੰ ਅੱਗੇ ਵਧਾਉਣੀ ਕਿ ਹਰਮੈਟਿਕ ਵੇ ਆਫ ਲਾਈਫ ਜਿਹੜੀ ਹੈ ਨਾ, ਕਿ ਉਹਨੂੰ ਕਿਵੇਂ ਵਰਤਣਾ। ਸੋ ਹੌਰਮੇਸਿਸ ਦਾ ਮੈਂ ਤੁਹਾਨੂੰ ਬੇਸਿਕ ਪ੍ਰਿੰਸੀਪਲਸ ਸਾਂਝੇ ਕਰ ਰਿਹਾ, ਤੇ ਉਹਨਾਂ ਨੂੰ ਵਰਤਣ ਦੇ ਲਈ ਸਾਨੂੰ ਆਪਣਾ ਦਿਮਾਗ ਤੇ ਵਰਤਣਾ ਪੈਣਾ। ਇਹ ਪੁੜੀਆਂ ਨਹੀਂ ਹੈ, ਇਹ ਗਿਆਨ ਮਾਰਗ ਦੀ ਹੈ। ਦਿਮਾਗ ਜੇ ਨਾ ਵਰਤੋ ਤੇ ਫਿਰ ਉਹ ਇੰਝ ਹੀ ਹੋ ਜਾਂਦਾ ਜਿਵੇਂ ਬੜੇ ਸਾਲ ਪਹਿਲੇ ਇੱਕ ਵਾਰ ਮੈਨੂੰ ਅੰਮ੍ਰਿਤਸਰ 'ਚ ਕਿਸੇ ਡਾਕਟਰ ਨੇ ਕਿਹਾ ਕਿ ਬਈ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਨਾ 5 ਕਿਲੋਮੀਟਰ ਰੋਜ਼ ਤੁਰਿਆ ਕਰੋ। ਤੇ ਆਪਾਂ ਤੁਰਨਾ ਸ਼ੁਰੂ ਕਰ ਦਿੱਤਾ, ਤੇ ਉਹਨੇ ਕਿਹਾ ਮਹੀਨੇ ਕੁ ਨੂੰ ਮੈਨੂੰ ਰਿਪੋਰਟ ਦੇਣਾ। ਮੈਂ ਮਹੀਨੇ ਬਾਅਦ ਉਹਨੂੰ ਫੋਨ ਕੀਤਾ, ਮੈਂ ਕਿਹਾ ਡਾਕਟਰ ਸਾਹਿਬ ਹੁਣ ਮੈਂ ਅੰਮ੍ਰਿਤਸਰੋਂ ਤੁਰਿਆ ਸਾਂ, ਲੁਧਿਆਣੇ ਦੇ ਨੇੜੇ ਪੁੱਜਣ ਵਾਲਾ ਹੋ ਗਿਆ ਤੇ ਘਰ ਵਾਲੇ ਵੀ ਲੱਭਦੇ ਪਏ ਨੇ, ਵਾਪਸ ਆ ਜਾਵਾਂ ਕਿ ਨਾ ਆਵਾਂ। ਸੋ ਇਹ ਜਿਹੜਾ ਨਾ, ਜੇ ਦਿਮਾਗ ਨੂੰ ਨਾ ਵਰਤੋ ਤੇ ਫਿਰ ਕਈ ਵਾਰੀ ਅਸੀਂ ਉਹਨੂੰ ਲਿਟਰਲੀ 5 ਕਿਲੋਮੀਟਰ ਰੋਜ਼ ਤੁਰਨਾ ਸ਼ੁਰੂ ਕਰ ਦਈਦਾ। ਸੋ ਉਸ ਕੰਮ ਦੇ ਵਿੱਚ ਜਿਹੜੀ ਹੈ ਨਾ ਕਿ ਹੌਰਮੇਟਿਕ ਦੀ ਜਿਹੜੀ ਹੈ ਕਰਵ ਮੈਂ ਅੱਜ ਤੁਹਾਨੂੰ ਦਿਖਾ ਦੇਣੀ ਚਾਹੁੰਦਾ ਇੱਕ ਅੱਧੀ ਵਾਰੀ, ਕਿ ਉਹਦਾ ਬੇਸਿਕ ਪ੍ਰਿੰਸੀਪਲ ਤੇ ਇਹੀ ਹੈ ਕਿ ਜੇ ਇਸ ਪਾਸੇ ਹੈਲਥ ਹੈ, ਸਾਡੀ ਸਿਹਤ ਹੈ, ਤੇ ਇਹ ਸਟ੍ਰੈਸ ਹੈ। ਸਟ੍ਰੈਸ ਜਿਹੜੀ ਹੈ ਸ਼ੁਰੂ ਦੇ ਵਿੱਚ ਹਮੇਸ਼ਾ ਹੈਲਥ ਨੂੰ ਇੰਪਰੂਵ ਕਰਦੀ ਹੈ। ਇਹ ਹਰਾ ਰੀਜਨ, ਇਸ ਲਈ H ਫਾਰ ਹੋਮਿਓਡਾਇਨਾਮਿਕ ਦੇ ਰੂਪ ਨੂੰ ਇੰਪਰੂਵ ਕਰਦੀ, ਸਟਰੈਂਥਨਿੰਗ। ਫਿਰ ਉਸ ਤੋਂ ਬਾਅਦ ਇੱਕ ਲੈਵਲ ਤੋਂ ਬਾਅਦ ਫਿਰ ਉਹ ਹੈਲਥ ਨੂੰ ਕਮਜ਼ੋਰ ਕਰਦੀ ਹੈ। ਇਹ ਜਿਹੜਾ ਰਿਲੇਸ਼ਨਸ਼ਿਪ ਹੈ ਨਾ ਹੈਲਥ ਦਾ
ਤੇ ਇਹਦੇ ਵਿੱਚ ਇਹ ਹਿੱਸਾ ਚੋਇਸ, ਹੈਲਥ ਆਫ ਚੋਇਸ, ਇਹ ਬੜੀ ਸਟ੍ਰੈਸ ਆਫ ਚੋਇਸ ਜਿਹੜੀ ਹੈ ਇਹ ਸੈਂਟਰਲ ਥੀਮ ਹੈ। ਸੋ ਇਹ ਜੇ ਸਾਡੇ ਦਿਮਾਗ 'ਚ ਬੈਕਗਰਾਊਂਡ 'ਤੇ ਰਹੇਗਾ ਨਾ, ਇਹਨੂੰ ਕਹਿੰਦੇ ਅਸੀਂ ਬਾਈਫੇਜ਼ਿਕ ਰਿਸਪੌਂਸ, ਕਿ ਇੱਕ ਫੇਜ਼ ਜਿੱਥੇ ਚੀਜ਼ਾਂ ਇੰਪਰੂਵ ਹੋ ਰਹੀਆਂ ਤੇ ਦੂਜੀ ਫੇਜ਼ ਜਦੋਂ ਕੰਟੀਨਿਊਸ ਹੈ ਤੇ ਹਾਈ ਹੈ, ਹਾਈ ਲੈਵਲ ਇੱਧਰ ਆਇਆ, ਕੰਟੀਨਿਊਟੀ ਆਈ ਤੇ ਉਹ ਜਿਹੜੀ ਹੈ ਹਾਰਮਫੁਲ ਹੈ। ਸੋ ਨਾਰਮਲ ਜਿਹੜੇ ਹਰੇ ਤੇ ਲਾਲ ਰੰਗ ਨੂੰ ਰਿਪਰੈਜ਼ੈਂਟ ਕਰਦੇ ਹੋਏ ਇੰਜੀ ਵਰਤਿਆ। ਹਾਂਜੀ, ਹੁਣ ਇਹਨੂੰ ਕਿਵੇਂ ਵਰਤਣਾ, ਇਹਨੂੰ ਹਰ ਚੀਜ਼ 'ਚ ਅਸੀਂ ਸ਼ਾਮਲ ਕਰਨਾ। ਪਹਿਲੇ ਅਸੀਂ ਚਲੋ ਸੌਖੀ ਜੀ ਪਹਿਲੇ ਗੱਲ ਸ਼ੁਰੂ ਕਰ ਲਈਏ ਕਿ ਈਵਨ ਜੇ ਕੋਸਮੈਟਿਕ ਜਿਹੜੀ ਮੋਸਟ ਸੁਪਰਫਿਸ਼ੀਅਲ ਚੀਜ਼ਾਂ ਨੇ ਕਿ ਜਿਨ੍ਹਾਂ ਦਾ ਕੋਈ ਸਵਾਏ ਮੈਂਟਲ ਲੈਵਲ ਤੋਂ ਜਾਂ ਸਾਈਕੋਲੋਜੀਕਲ ਲੈਵਲ ਤੋਂ ਕੋਈ ਹੋਰ ਜ਼ਿਆਦਾ ਇਫੈਕਟ ਨਹੀਂ ਸਾਨੂੰ ਐਕਸਪੈਕਟ ਕਰਨੇ ਚਾਹੀਦੇ, ਪਰ ਉਹਨਾਂ ਨੂੰ ਵੀ ਅਸੀਂ ਕਿਵੇਂ ਚੁਣੀਏ। ਉਹ ਜਿਵੇਂ ਮੈਂ ਆਪਣੇ ਕੋਸਮੈਟਿਕਸ ਵਾਲੇ ਲੈਕਚਰ 'ਚ ਤਾਂ ਕਿਹਾ ਸੀ ਕਿ ਉਹ ਜਿਹੜੀ 10 ਰੁਪਏ ਦੀ ਵੈਸਲੀਨ ਹੈ ਤੇ 10,000 ਰੁਪਏ ਦੀ ਹੀਰਿਆਂ ਵਾਲੀ ਕਰੀਮ ਹੈ, ਉਹ ਕਿਸੇ ਲੈਵਲ ਤੇ ਕੋਸਮੈਟਿਕ ਦੇ ਪੱਧਰ ਦੇ ਉੱਤੇ ਉਹ ਇੱਕੋ ਜਿਹੀਆਂ ਹੀ ਨੇ, ਉਹ ਮੋਇਸਚਰਾਈਜ਼ਰ ਨੇ। ਹਾਂਜੀ, ਤੇ ਪਰ ਫਿਰ ਅਸੀਂ ਕਿਉਂ ਵੱਖ-ਵੱਖ ਚੀਜ਼ਾਂ ਇੰਨੀ ਗ੍ਰੇਡ ਦੇ ਵਿੱਚ ਖਰੀਦਦੇ ਹਾਂ ਕਿ ਮਹਿੰਗੀ ਖਰੀਦਣ ਦੀ ਲੋੜ ਹੈ ਕਿ ਨਹੀਂ ਹੈ? ਬਿਲਕੁਲ ਹੈ, ਲੋੜ ਹੈ, ਕਿਉਂਕਿ ਅਸੀਂ ਸਿਰਫ ਜਿਹੜੀਆਂ ਚੀਜ਼ਾਂ ਸੁਪਰਫਿਸ਼ੀਅਲ ਵੀ ਨੇ, ਜਿਵੇਂ ਮੈਂ ਅੱਗੇ ਵੀ ਕੀਤੀ ਸੀ ਗੱਲ ਕਿ ਐਗਜ਼ਾਮਪਲ ਕਿ ਕੋਈ ਵੀ ਕੰਜ਼ਿਊਮਰ ਗੁੱਡਸ, ਕਾਰ ਖਰੀਦਣੀ, ਕੱਪੜੇ ਕਿਹੜੇ ਪਾਣੇ ਨੇ, ਰੈਸਟੋਰੈਂਟਾਂ 'ਚ ਕਿਹੜੇ 'ਚ ਜਾਣਾ ਹੈ, ਉਹਨਾਂ ਦਾ ਸਿਰਫ ਅਸੀਂ ਉਹਨਾਂ ਦੀ ਬਾਇਓਲੋਜੀਕਲ ਲੋੜ ਕਰਕੇ ਨਹੀਂ ਜਾਂਦੇ। ਰੈਸਟੋਰੈਂਟ 'ਚ ਅਸੀਂ ਸਿਰਫ ਰੋਟੀ ਖਾਣ ਨਹੀਂ ਜਾਂਦੇ, ਉਹ ਰੋਟੀ ਦੇ ਨਾਲ ਬੜਾ ਕੁਝ ਹੋਰ ਸਮਾਜਿਕ ਜੁੜਿਆ ਹੁੰਦਾ। ਹਾਂਜੀ, ਇੰਜੀ ਕੋਸਮੈਟਿਕਸ ਦੇ ਮਾਮਲੇ ਵਿੱਚ ਜੇ ਮੈਂ ਹਰਮੈਟਿਕ ਥਿਊਰੀ ਅਪਲਾਈ ਕਰਦੇ ਹੋਏ ਤੇ ਜਿੰਨੀਆਂ ਕੁ ਰਿਸਰਚਾਂ ਅਸੀਂ ਦੂਜੇ ਸਿਸਟਮਾਂ 'ਤੇ ਕੀਤੀਆਂ, ਉਹਦੇ ਨਾਲ ਇਹ ਕਰੀਏ ਨਾ ਕਿ ਕੋਸਮੈਟਿਕ ਜਿਹੜੀ ਤੁਹਾਡੇ 'ਤੇ ਕੰਮ ਜ਼ਿਆਦਾ ਕਰਨ ਦੇ ਚਾਂਸ ਨੇ ਉਹ ਹੋਏਗੀ ਕਿ ਪਹਿਲੇ ਤੇ ਤੁਸੀਂ ਚੁਣੋ ਉਹ ਕੋਸਮੈਟਿਕ ਜਿਹੜੀ ਤੁਸੀਂ ਮੈਕਸਿਮਮ ਆਪਣੇ ਕੋਲ ਜਿੰਨਾ ਤੁਹਾਡਾ ਰਿਸੋਰਸਿਸ ਹੈਗੇ ਨੇ, ਤੁਹਾਡੇ ਕੋਲ ਜਿੰਨੇ ਪੈਸੇ ਹੈਗੇ ਨੇ, ਉਹਦੇ ਵਿੱਚ ਤੁਸੀਂ ਕਿੰਨੇ ਦੀ ਖਰੀਦ ਸਕਦੇ ਹੋ ਜਿਹਦੇ ਨਾਲ ਤੁਹਾਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਹਾਂਜੀ, ਠੀਕ ਠਾਕ ਲੱਗਦੀ ਹੈ ਕਿ ਖਰਚਾ ਮੈਂ ਕਰ ਸਕਦਾ। ਉਹ ਜੇ ਹੈ ਜੇ ਉਹ 100% ਹੈ, ਹੁਣ ਉੱਥੇ ਹਰਮੈਟਿਕ ਤਰੀਕਾ ਇਹ ਹੈ ਕਿ ਫਿਰ ਕਰੀਮ ਉਹ ਲਵੋ ਜਿਹੜੀ ਤੁਹਾਡੇ ਬੋਝੇ ਤੇ 130% ਦਾ ਖਰਚ ਪਾਉਂਦੀ ਹੈ, 30% ਐਕਸਟਰਾ, ਉਹ ਜਿਹੜੀ ਹੈ ਸਟ੍ਰੈਸਫੁਲ ਲੈਵਲ ਤੇ ਜਾਏਗੀ, ਥੋੜੀ ਜਿਹੀ ਹਰਮੈਟਿਕ ਲੈ। ਹੁਣ ਇਸ ਗੱਲ ਨੂੰ ਇਹ ਨਾ ਮੰਨ ਕੇ ਚੱਲ ਲੈਣਾ ਕਿ ਇਹਦੇ ਪਿੱਛੇ ਮੈਂ ਕੋਈ ਰਿਸਰਚਾਂ ਕੀਤੀਆਂ ਹੋਈਆਂ ਤੇ ਮੇਰੇ ਕੋਲ ਐਗਜ਼ੈਕਟ ਕੈਮੀਕਲ ਉਹਦੇ ਫਾਰਮੂਲੇ ਹੈਗੇ ਨੇ। ਇਹ ਜਿਹਨੂੰ ਕਹਿੰਦਾ ਹੁਣ ਹਰਮੈਟਿਕ ਵੇ ਆਫ ਲਾਈਫ ਦੇ ਵਿੱਚ ਜਿੰਨੀ ਕੁ ਸਮਝ ਦੇ ਵਿੱਚੋਂ ਆਪਣੀ ਗੱਲ ਨੂੰ ਅਸੀਂ ਅੱਗੇ ਵਧਾ ਰਹੇ ਹਾਂ ਕਿ ਜੇ ਕੋਸਮੈਟਿਕ ਚੁਣਨੀ ਹੈ ਤੇ ਆਪਣੇ ਅਫੋਰਡ ਕਰਨ ਜੋਗੇ ਪੈਸਿਆਂ ਤੋਂ 30% ਵੱਧ ਪੈਸੇ ਵਾਲੀ ਖਰੀਦੋਗੇ ਤੇ ਫਿਰ ਤੇ ਤੁਹਾਨੂੰ ਉਹਦਾ ਚੈਨ ਮਿਲੇਗਾ ਤੇ ਸ਼ਾਇਦ ਕੁਝ ਫਾਇਦੇ ਵੀ ਮਿਲਣਗੇ। ਇਸੇ ਲਈ ਵੈਸਲੀਨ ਜਿਹੜੀ ਜੇ ਉਹ ਤੁਹਾਡੇ ਜਿਹਦਾ ਬੋਝਾ ਭਰਿਆ ਹੋਇਆ ਉਹਦੇ ਉੱਤੇ ਨਹੀਂ ਜੇ ਕੰਮ ਕਰਨੀ, ਉਹਨੂੰ ਸ਼ਾਇਦ ਹੀਰਿਆਂ ਵਾਲੀ ਦੀ ਲੋੜ। ਸੋ ਇਹੀ ਚੀਜ਼ਾਂ ਜਿਹੜੀਆਂ ਦੂਜੀਆਂ ਹੁੰਦੀਆਂ, ਸਪਾ ਸੈਂਟਰ ਤੇ ਜਾਣਾ, ਕਿਸ ਕਿਸਮ ਦੇ ਮਸਾਜ ਕਰਾਣੇ, ਉਹਦੇ ਵਿੱਚ ਵੀ ਇਹ ਪ੍ਰਿੰਸੀਪਲ, ਕਿਉਂਕਿ ਇਹ ਮੈਂ ਦੱਸਿਆ ਨਾ ਇਹ ਲਾਈਫ ਸਟਾਈਲ ਦੇ ਸੁਪਰਫਿਸ਼ੀਅਲ ਜਿਹੇ ਤਰੀਕੇ ਨੇ ਕਿ ਸੁਪਰਫਿਸ਼ੀਅਲ ਜਿਹੇ ਤਰੀਕਿਆਂ ਨੂੰ ਵੀ ਉਹਦੇ 'ਚ ਹਰਮੇਸਿਸ ਦਾ ਪ੍ਰਿੰਸੀਪਲ ਲਾ ਸਕਦੇ ਹਾਂ। ਫਿਰ ਤੁਹਾਨੂੰ ਲੱਗੇਗਾ ਕਿ ਮੈਂ ਕੁਝ ਆਪਣੇ ਲਈ ਜ਼ਿਆਦਾ ਕੀਤਾ। ਉਹਦੇ ਵਿੱਚ ਕੈਮਿਸਟਰੀ ਅੰਦਰੋਂ ਕਿੰਨੀ ਕੁ ਇਨਵੋਲਵ ਹੁੰਦੀ ਹੈ, ਇਹੋ ਜਿਹੀਆਂ ਰਿਸਰਚਾਂ ਕਰਨੀਆਂ ਕੋਈ ਐਡੀ ਸੌਖੀ ਗੱਲ ਨਹੀਂ ਹੈ, ਪਰ ਸ਼ਾਇਦ ਕੈਮਿਸਟਰੀ ਵੀ ਇਨਵੋਲਵ ਹੋਵੇ। ਫਿਰ ਇਹੀ ਜਿਹੜੀ ਮੈਂ ਬਾਈਫੇਜ਼ਿਕ ਡੋਜ਼ ਰਿਸਪੌਂਸ ਦੇ ਕਰ ਰਹੇ ਹਾਂ ਕਿ ਕਿਹੜੀ ਅਸੀਂ ਆਪਣੀ ਸਟ੍ਰੈਸ ਲੈਵਲ ਜਿਹੜੇ ਸਾਨੂੰ ਫਾਇਦਾ ਦਿੰਦੇ ਨੇ, ਹਰਮੈਟਿਕ ਲੈਵਲ ਜਾਂ ਹਰਮੇਟਿਨਸ, ਉਹਨਾਂ ਨੂੰ ਅਸੀਂ ਕਿਹੜੇ ਕੰਮਾਂ ਲਈ ਯੂਜ਼ ਕਰ ਸਕਦੇ ਹਾਂ। ਉਹ ਤੇ ਮੈਂ ਹੁਣ ਕਈ ਵਾਰ ਕਹਿ ਚੁੱਕਿਆ ਕਿ ਹਰਮੇਸਿਸ ਜਿਹੜੀ ਹੈ ਸਾਡੀ ਸਰਵਾਈਵਲ ਐਬਿਲਿਟੀ, ਸਾਡੀ ਹੋਮਿਓਡਾਇਨਾਮਿਕ ਸਪੇਸ, ਜਿਹਨੂੰ ਕਿ ਨਾਰਮਲ ਸ਼ਬਦਾਂ 'ਚ ਇਹਨਾਂ ਦੋਵਾਂ ਨੂੰ ਕਹਾਂਗੇ ਸਾਡੀ ਹੈਲਥ ਨੂੰ ਇੰਪਰੂਵ ਕਰਨ 'ਚ, ਹੈਲਥ ਨੂੰ ਮੇਨਟੇਨ ਕਰਨ 'ਚ, ਹੈਲਥ ਨੂੰ ਰਿਕਵਰ ਕਰਨ 'ਚ, ਇਹਨਾਂ ਤਿੰਨੇ ਪੱਧਰ ਦੇ ਉੱਤੇ ਹਰਮੇਸਿਸ ਦੀ ਜਿਹੜੀ ਅਪਰੋਚ ਹੈ ਉਹਦੇ ਬੜੇ ਫਾਇਦੇ ਹੋਣ ਦੀ ਪੋਸੀਬਿਲਿਟੀ ਹੈ। ਉਹਦੇ ਵਿੱਚ ਫਿਰ ਕਈ ਉਹ ਇਫਸ ਐਂਡ ਬਟਸ ਹੈਗੇ ਸੀ, ਜਿਵੇਂ ਕੱਲ ਵੀ ਗੱਲਾਂ ਕੀਤੀ ਅਸੀਂ ਸਪਾਈਸਿਸ ਬਾਰੇ ਤੇ ਦੂਜੀਆਂ ਕਿ ਕਿੰਨੀਆਂ ਕੁ ਸਟ੍ਰੈਸਾਂ ਮਿਕਸ ਕਰਨੀਆਂ ਤੇ ਕਿੰਨੀਆਂ ਨਹੀਂ। ਉਹਦੀ ਡਿਟੇਲ 'ਚ ਜੇ ਜਾਣ ਦੀ ਲੋੜ ਹੋਏਗੀ ਤੇ ਜ਼ਰੂਰ ਦੱਸਾਂਗੇ, ਪਰ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਬਈ ਜਿਹੜੀ 3 ਮੇਨ ਗੱਲਾਂ ਆਉਂਦੀਆਂ ਸਿਹਤ ਦੇ ਲਈ ਜਿਹੜੀ ਆ ਵਿਗਿਆਨ ਦੇ ਵਿੱਚ ਸਮਝ ਆਈ ਹੈ, ਉਹਦੇ ਵਿੱਚੋਂ 2 ਤੇ ਹੈਗੀਆਂ ਨੇ ਬਿਲਕੁਲ ਫਿਜ਼ੀਕਲ ਪੱਧਰ ਦੀਆਂ ਕਿ ਇੱਕ ਫੂਡ ਤੇ ਫਿਜ਼ੀਕਲ ਐਕਟੀਵਿਟੀ, ਤੇ ਫਿਰ ਤੀਜੀ ਬਣੇਗੀ ਸੋਸ਼ਲ ਐਂਡ ਮੈਂਟਲ ਇੰਗੇਜਮੈਂਟ। ਸੋਸ਼ਲ ਐਂਡ ਮੈਂਟਲ ਇੰਗੇਜਮੈਂਟ ਦੇ ਵਿੱਚ ਸਾਇੰਸ ਦੀ ਵੀ ਰਿਸਰਚ ਬੜੀ ਵੈਸੇ ਤੇ ਚੱਲ ਰਹੀ ਹੈ, ਪਲੱਸ ਫਿਰ ਉਹਦੇ ਸਾਈਕੋਲੋਜੀ, ਸੋਸ਼ੀਓਲੋਜੀ ਸ਼ਾਮਲ ਹੋਏਗੀ। ਹੁਣ ਉਹਨਾਂ ਵਿੱਚੋਂ ਹਰਮੈਟਿਕ ਪ੍ਰਿੰਸੀਪਲ ਜਿਹੜੇ ਕਾਮਨ ਲੱਗਣੇ ਨੇ
ਕਿ ਜਿਹਨੂੰ ਮੈਂ ਹਰਮੈਟਿਕ ਵੇ ਆਫ ਲਾਈਫ ਕਹਿੰਦਾ, ਉਹਨੂੰ ਐਕਸਪਲੇਨ ਕਰਨ ਲਈ ਸ਼ਾਇਦ ਚਲੋ ਅਸੀਂ ਫੂਡ ਦੀ ਐਗਜ਼ਾਮਪਲ ਲੈਂਦੇ ਹਾਂ। ਇਹ ਬਹੁਤ ਵੱਡਾ ਰਿਸਰਚ ਏਰੀਆ ਵੀ ਹੈ ਤੇ ਇਹ ਸਾਡੀ ਬੇਸਿਕਲੀ ਇਵੋਲੂਸ਼ਨਰੀ ਲੋੜ ਵੀ ਹੈ, ਕਿਉਂਕਿ ਭੋਜਨ ਤੋਂ ਬਗੈਰ ਤੇ ਜਿਉਆ ਨਹੀਂ ਜਾ ਸਕਦਾ। ਹੁਣ ਸਾਇੰਸ ਜਦੋਂ ਗੱਲ ਕਰਦੀ ਹੈ ਫੂਡ ਦੀ, ਉਹ ਨਾਰਮਲੀ ਰਿਸਰਚ ਕਰਦੇ ਆ ਜਿਹਨੂੰ ਅਸੀਂ ਕਹਿੰਦੇ ਹਾਂ ਨਿਊਟ੍ਰੀਸ਼ਨ। ਹਾਂਜੀ, ਪੰਜਾਬੀ 'ਚ ਉਹਦਾ ਵਰਡ ਸੈਟ ਹੈਗਾ ਪੋਸ਼ਣ। ਹਾਂਜੀ, ਨਿਊਟ੍ਰੀਸ਼ਨ ਜਿਹੜੀ ਹੈ ਉਹ ਹੁੰਦਾ ਹੈ ਕਿ ਜਿਹੜੀ ਚੀਜ਼ਾਂ ਅਸੀਂ ਖਾ ਰਹੇ ਹਾਂ ਉਹ 'ਚ ਪ੍ਰੋਟੀਨ ਕਿੰਨੀ ਹੈ, ਕਾਰਬੋਹਾਈਡਰੇਟ ਕਿੰਨੀ ਹੈ, ਫੈਟ ਕਿੰਨੀ ਹੈ, ਮਿਨਰਲਸ ਕਿੰਨੇ ਕਿੰਨੇ, ਉਹਦਾ ਕੈਲਰੀ ਕੰਟੈਂਟ ਕਿੰਨਾ ਕੁ ਹੈ, ਤੇ ਹੁਣ ਨਵੇਂ ਅੰਡਰਸਟੈਂਡਿੰਗ ਨਾਲ ਉਹਦਾ ਹਾਰਮੈਟਿਕ ਵੈਲਿਊ ਕਿੰਨੀ ਕੁ ਹੈ, ਉਹ 'ਚ ਹਾਰਮੇਟਿਨਸ ਕਿੰਨੇ ਨੇ, ਇਹਨੂੰ ਕਹਿੰਦੇ ਨੇ ਨਿਊਟ੍ਰੀਸ਼ਨ। ਪਰ ਨਿਊਟ੍ਰੀਸ਼ਨ ਕੋਈ ਖਾਂਦਾ ਨਹੀਂ, ਅਸੀਂ ਨਿਊਟ੍ਰੀਸ਼ਨ ਨਹੀਂ ਖਾਂਦੇ। ਜੇ ਮੈਂ ਤੁਹਾਨੂੰ ਪੁੱਛਾਂ ਕਿ ਅੱਜ ਤੁਸੀਂ ਸਵੇਰੇ ਕਿਹੜੀ ਨਿਊਟ੍ਰੀਸ਼ਨ ਲਈ, ਤੇ ਤੁਸੀਂ ਮੈਨੂੰ ਕਦੇ ਇਹ ਜਵਾਬ ਨਹੀਂ ਦਿਓਗੇ ਕਿ ਹਾਂ ਜੀ ਮੈਂ 20% ਪ੍ਰੋਟੀਨ ਲਿੱਤੀ ਤੇ 40% ਮੈਂ ਉਹਦੇ 'ਚ ਕਾਰਬੋਹਾਈਡਰੇਟ ਲਿੱਤੇ ਤੇ ਮੈਂ 30% ਫੈਟ ਲਿੱਤੀ। ਇਹ ਨਹੀਂ ਜਵਾਬ ਹੋਏਗਾ। ਤੁਸੀਂ ਜਵਾਬ ਦਿਓਗੇ ਜਾਂ ਤੇ ਉਹ ਕਿਸੇ ਪਲਾਂਟ ਬੇਸਡ ਹਾਂਜੀ ਕਿ ਸਬਜ਼ੀਆਂ ਭਾਜੀਆਂ ਦੇ ਵਰਤਿਆ ਹੋਇਆ ਭੋਜਨ, ਤੇ ਜਾਂ ਐਨੀਮਲ ਬੇਸਡ ਫੂਡ ਦਾ, ਉਹਨੂੰ ਕਹਾਂਗੇ ਫੂਡ, ਕਿ ਵੀ ਅਸੀਂ ਫੂਡ ਲਿਆ, ਅੱਜ ਮੈਂ ਫਲਾਣਾ ਫੂਡ ਖਾਧਾ, ਮੈਂ ਅੱਜ ਜੀ ਸਵੇਰੇ ਦਾਲ ਖਾਧੀ ਜਾਂ ਮੈਂ ਅੱਜ ਮੁਰਗਾ ਖਾਧਾ। ਹੁਣ ਇੱਥੇ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਅਸੀਂ ਨਿਊਟ੍ਰੀਸ਼ਨ ਖਾਂਦੇ ਨਹੀਂ ਆ, ਖਾਂਦੇ ਅਸੀਂ ਭੋਜਨ ਆ। ਭੋਜਨ ਦੇ ਉੱਤੇ ਰਿਸਰਚ ਜਿਹੜੀ ਕਰਨੀ ਹੈ ਉਹ ਬੜੀ ਮੁਸ਼ਕਲ ਹੁੰਦੀ ਹੈ। ਕਈ ਵਾਰੀ ਉਹ ਹੋ ਤੇ ਰਹੀਆਂ ਨੇ ਕਿ ਵੱਖ-ਵੱਖ ਕਿਸਮਾਂ ਦੇ ਕਲਚਰ ਦੇ ਭੋਜਨ, ਜਿਹਨੂੰ ਅੱਜ ਕੱਲ੍ਹ ਬੜੀ ਪਾਪੂਲਰ ਚੱਲ ਰਹੀ ਹੈ ਸਾਇੰਸ ਦੀ ਭਾਸ਼ਾ ਵਿੱਚ ਮੈਡੀਟਰੇਨੀਅਨ ਡਾਇਟ। ਮੈਡੀਟਰੇਨੀਅਨ ਡਾਇਟ ਹੈ ਜਿਹੜੀ ਗ੍ਰੀਸ ਤੇ ਹੋਰ ਸਦਰਨ ਯੂਰਪ ਕੰਟਰੀਜ਼ ਵਿੱਚ ਖਾਧੀ ਜਾਂਦੀ ਹੈ। ਹਾਂਜੀ, ਤੇ ਉਹਦੇ ਬਾਰੇ ਡੇਟਾ ਬੜਾ ਵਧੀਆ ਆ ਰਿਹਾ ਕਿ ਮੈਡੀਟਰੇਨੀਅਨ ਡਾਇਟ ਜਿਹੜੀ ਹੈ ਉਹ ਸਾਡੀ ਸਿਹਤ ਲਈ ਬੜੀ ਅੱਛੀ ਹੋਏਗੀ। ਪਰ ਉਹ ਮੈਡੀਟਰੇਨੀਅਨ ਡਾਇਟ ਦੇ ਬਾਰੇ ਪੜ੍ਹ ਕੇ ਮੇਰਾ ਇੱਕ ਇੰਜ ਅਸੀਂ ਕਿਸੇ ਮੀਟਿੰਗ 'ਚ ਖਾ ਰਹੇ ਸਾਂ ਭੋਜਨ, ਤੇ ਮੇਰਾ ਇੱਕ ਜਰਮਨ ਦੋਸਤ ਕਹਿੰਦਾ ਉਹ ਸੁਰੇਸ਼ ਬਸ ਮੈਂ ਨਾ ਹੁਣ ਤੋਂ ਮੈਡੀਟਰੇਨੀਅਨ ਡਾਇਟ ਖਾਣੀ ਸ਼ੁਰੂ ਕਰ ਦੇਣੀ, ਉਹਦੇ ਬਾਰੇ ਵੇਖੋ ਕਿੰਨੇ ਪੇਪਰ ਛਪ ਰਹੇ ਨੇ। ਮੈਂ ਕਿਹਾ ਐਲੈਕਸ ਤੂੰ ਮੈਡੀਟਰੇਨੀਅਨ ਡਾਇਟ ਦਾ ਤੈਨੂੰ ਨਹੀਂ ਕਦੇ ਫਾਇਦਾ ਹੋ ਸਕਦਾ। ਉਹ ਕਹਿੰਦਾ ਉਹ ਕਿਉਂ? ਮੈਂ ਕਿਹਾ ਮੈਡੀਟਰੇਨੀਅਨ ਡਾਇਟ ਦੇ ਲਈ ਮੈਡੀਟਰੇਨੀਅਨ ਲਾਈਫ ਸਟਾਈਲ ਵੀ ਚਾਹੀਦਾ। ਤੂੰ ਹੈ ਜਰਮਨ ਬੰਦਾ ਜਿਹਦੀ ਬੜੀ ਕਲੀਅਰ ਕੱਟ ਡਿਫੀਨੇਸ਼ਨ ਹੈ, ਇਹ ਠੀਕ ਹੈ ਇਹ ਗਲਤ ਹੈ। ਉਹ ਜਿਹੜਾ ਮੈਡੀਟਰੇਨੀਅਨ ਐਟੀਟਿਊਡ ਹੈ, ਜਿਹੜਾ ਗ੍ਰੀਕਸ ਵਿੱਚ ਦੇਖਿਆ ਜਾਂਦਾ, ਇਟਾਲੀਅਨ 'ਚ ਦੇਖਿਆ ਜਾਂਦਾ ਕਿ ਠੀਕ ਹੈ ਖੁੱਲੇ ਡੁੱਲੇ ਚੱਲਦੇ ਆ, ਕੋਈ ਟਾਈਮ ਦੀ ਪਰਵਾਹ ਨਹੀਂ, ਕਈ ਹਾਂਜੀ ਜ਼ਿੰਦਗੀ ਵਿੱਚ ਜਿਹਨੂੰ ਕਹਿੰਦਾ ਸਭ ਚੱਲਦਾ, ਉਹ ਇੱਕਦਮ ਉਹਨੂੰ ਸਮਝ ਆਈ ਗੱਲ ਕਿ ਹਾਂ ਉਹ ਮੈਡੀਟਰੇਨੀਅਨ ਡਾਇਟ ਕਹਿਣਾ ਜੀ ਵਰਲਡ ਦੀ ਬੈਸਟ ਹੈ। ਕਿ ਇਹਦਾ ਮਤਲਬ ਇਹ ਹੈ ਕਿ ਜਿਹੜੀ ਇੰਡੀਅਨ ਡਾਇਟ ਹੈ ਉਹ ਠੀਕ ਨਹੀਂ ਹੈ, ਜਾਂ ਚਾਈਨੀਜ਼ ਭੋਜਨ ਠੀਕ ਨਹੀਂ ਹੈ, ਜਾਂ ਹੋਰ ਜਿਹੜੇ ਵੀ ਕਿਸੇ ਐਗਜ਼ਾਮਪਲ ਤੋਂ ਲੈ ਲਾਂਗੇ ਉਹ ਠੀਕ ਨਹੀਂ ਹੈ। ਇੱਥੇ ਫਿਰ ਗੱਲ ਆਉਂਦੀ ਹੈ ਕਿ ਭੋਜਨ ਜਿਹੜਾ ਨਾ ਉਹ ਕਲਚਰਲ ਹੈ। ਕਿ ਜਦੋਂ ਮੈਨੂੰ ਕੋਈ ਬੰਦਾ ਕਹਿੰਦਾ ਵੈ ਇੱਥੇ ਡੈਨਮਾਰਕ 'ਚ ਲੈਕਚਰ ਦੇਵਾਂ ਕਿ ਮੈਂ ਪੁੱਛਾਂ ਅੱਜ ਤੁਸੀਂ ਕੀ ਖਾਧਾ, ਉਹ ਕਹਿੰਦਾ ਵੈ ਕਿ ਅੱਜ ਮੈਂ ਚਿਕਨ ਖਾਧਾ। ਉਹ ਹੁਣ ਜੇ ਮੇਰੇ ਦਿਮਾਗ 'ਚ ਇਮੀਡੀਏਟਲੀ ਆਇਆ ਚਿਕਨ ਦਾ ਕਿਹੜਾ, ਬਈ ਚਿਕਨ ਟਿੱਕਾ ਕਬਾਬ, ਹਾਂਜੀ ਤੰਦੂਰੀ ਚਿਕਨ ਮਸਾਲੇ ਲੱਗੇ, ਬਟਰ ਚਿਕਨ ਦੇ ਮਸਾਲੇ, ਉਹ ਖਾਧਾ ਹੋਣਾ ਸ਼ਾਇਦ ਇਹਨੇ। ਪਰ ਉਹਨੇ ਤਾਂ ਖਾਧਾ ਸਿੰਪਲ ਜਿਹਾ ਓਵਨ 'ਚ ਪਾ ਕੇ, ਤੇ ਲੂਣ ਵੀ ਨਹੀਂ ਸ਼ਾਇਦ ਉਹਦੇ 'ਤੇ ਪਾਇਆ, ਖਾਧਾ ਦੋਵਾਂ ਨੇ ਚਿਕਨ। ਪਰ ਸਾਡੀ ਐਕਸਪੈਕਟੇਸ਼ਨ ਕਿਹੜੀ ਹੈ, ਕਿਵੇਂ ਹੈ? ਫਿਰ ਉਹਦੇ ਵਿੱਚ ਇਹ ਚੀਜ਼ਾਂ ਨੂੰ ਰਿਸਰਚ ਦੇ ਉੱਤੇ ਕਰਨਾ ਬੜਾ ਮੁਸ਼ਕਲ ਹੈ ਕਿ ਕਿਸ ਕਿਸਮ ਦੀ ਡਾਇਟ ਜਾਂ ਭੋਜਨ ਜਾਂ ਨਿਊਟ੍ਰੀਸ਼ਨ ਚੰਗਾ ਹੋ ਸਕਦਾ ਤੇ ਘੱਟ ਚੰਗਾ ਹੋ ਸਕਦਾ ਜਾਂ ਮਾੜਾ ਹੋ ਸਕਦਾ। ਹਾਂਜੀ, ਪਰ ਤੁਸੀਂ ਪੜ੍ਹੋਗੇ ਜ਼ਰੂਰ ਮੈਡੀਟਰੇਨੀਅਨ ਡਾਇਟ, ਉਹਦੇ ਵਿੱਚ ਵਾਈਨ ਵੀ ਪੀਤੀ ਜਾਏਗੀ ਥੋੜ੍ਹੀ ਜਿਹੀ। ਹੁਣ ਜੇ ਨਹੀਂ ਜਿਹੜੇ ਤੁਹਾਡੇ ਕਲਚਰ ਦਾ ਹਿੱਸਾ ਵਾਈਨ ਜਾਂ ਕੋਈ, ਤਾਂ ਉਹਦੇ ਉੱਤੇ ਇਮੀਡੀਏਟਲੀ ਬਦਲ ਕੇ ਸਾਨੂੰ ਲੋੜ ਨਹੀਂ ਹੁੰਦੀ। ਉਹਦੇ 'ਚੋਂ ਫਿਰ ਕੁਝ ਸਿੱਖੀ ਦੀਆਂ ਚੀਜ਼ਾਂ ਕਿ ਉਹ ਡਾਇਟ ਦੇ ਕੀ ਚੰਗੇ ਗੁਣ ਨੇ। ਇਸ ਤੋਂ ਵੀ ਵੱਡੀ ਗੱਲ ਜਿਹੜੀ ਹੈ ਨਾ, ਅਸੀਂ ਭੋਜਨ ਖਾਲੀ ਇਹ ਨਹੀਂ ਖਾਂਦੇ, ਅਸੀਂ ਭੋਜਨ ਦਾ ਫਿਰ ਅਗਲਾ ਸਟੈਪ ਹੁੰਦਾ ਭੋਜਨ ਜਦੋਂ ਮੀਲ ਬਣਦਾ। ਹੁਣ ਮੈਂ ਉਹਦੀ ਫਿਰ ਡਿਕਸ਼ਨਰੀ 'ਚ ਲੱਭਿਆ ਕਿ ਮੀਲ ਦੀ ਪੰਜਾਬੀ ਕੀ ਹੋਏਗੀ, ਉਹਨੇ ਫਿਰ ਉਹਨੂੰ ਭੋਜਨ ਹੀ ਲਿਖਿਆ ਹੋਇਆ ਕਿ ਮੀਲ ਹੁੰਦਾ ਕਿ ਜਿਵੇਂ ਨਾਸ਼ਤਾ ਹੈ, ਹਾਂਜੀ ਦੁਪਹਿਰ ਦਾ ਭੋਜਨ ਹੈ, ਰਾਤ ਦਾ ਭੋਜਨ ਹੈ, ਚਾਹ ਵੇਲੇ ਦਾ ਭੋਜਨ ਹੈ, ਬ੍ਰੇਕਫਾਸਟ, ਲੰਚ, ਡਿਨਰ। ਸੋ ਇਹ ਜਿਹੜੀ ਕੈਟੇਗਰੀ ਹੈ ਭੋਜਨ ਮੀਲ ਕਦੋਂ ਬਣਦਾ? ਭੋਜਨ ਮੀਲ ਜਿਹੜਾ ਉਹਦੇ ਵਿੱਚ ਫਿਰ ਬੜੀਆਂ ਨਵੀਆਂ ਹੋਰ ਚੀਜ਼ਾਂ ਆਉਂਦੀਆਂ ਕਿ ਉਹ ਮੀਲ ਕਿੱਥੇ ਖਾਧਾ ਜਾ ਰਿਹਾ। ਉਹ ਇਕੱਲੇ ਬਹਿ ਕੇ ਖਾਧਾ ਜਾ ਰਿਹਾ, ਕਿਸੇ ਦੇ ਨਾਲ ਖਾਧਾ ਜਾ ਰਿਹਾ, ਦੋਸਤਾਂ ਨਾਲ ਹੈ, ਇਕਾਂਤ ਦੇ ਵਿੱਚ ਬੈਠੇ ਹੋ, ਹਾਂਜੀ ਜਾਂ ਡਿਪਰੈਸ਼ਨ 'ਚ ਬੈਠੇ ਹੋ, ਕਿਹੜੇ ਕੌਨਟੈਕਸਟ 'ਚ ਬੈਠੇ ਹੋ। ਭੋਜਨ ਨੂੰ ਜਦ ਤੱਕ ਅਸੀਂ ਮੀਲ ਦੇ ਰੂਪ 'ਚ ਨਹੀਂ ਲੈਂਦੇ, ਉਹਦਾ ਸਾਨੂੰ ਫਾਇਦਾ ਤੇ ਨੁਕਸਾਨ ਕੈਲਕੂਲੇਟ ਕਰਨ ਦੀ ਕਦੇ ਸਮਝ ਨਹੀਂ ਆ ਸਕਦੀ ਕਿ ਭੋਜਨ ਕਿਵੇਂ। ਹੁਣ ਜਿਵੇਂ ਨਾਸ਼ਤਾ ਵੀ ਕਹਿ ਤੋ ਕਿ ਨਾਸ਼ਤਾ ਕਿਹੜਾ,
ਹੁਣ ਉਹ ਨਾਸ਼ਤਾ ਜਿਹੜਾ ਮੈਂ ਪੰਜਾਬ 'ਚ ਅੰਮ੍ਰਿਤਸਰ 'ਚ ਰਹਿੰਦਿਆਂ ਸਵੇਰ ਵੇਲੇ ਕਰਦਾ ਸਾਂ ਕਿ ਗੋਭੀ ਦੇ 2 ਪਰੌਂਠੇ ਤੇ ਨਾਲ ਚਾਹ, ਢੇਰ ਸਾਰਾ ਖੰਡ ਪਾ ਕੇ ਚਾਹ, ਉਹ ਨਾਸ਼ਤਾ ਕਿ ਹੁਣ ਕਿ ਬਾਅਦ 'ਚ ਬਟਰ ਐਂਡ ਬ੍ਰੈਡ ਐਂਡ ਆਮਲੇਟ ਐਂਡ ਜੈਮ, ਕਿ ਉਹ ਜਿਹੜੇ ਸੀਰੀਅਲ ਹਾਂਜੀ ਕੋਰਨ ਫਲੇਕ। ਹੁਣ ਜਦੋਂ ਵਰਲਡ ਵਿੱਚ ਜਾਂਦਾ ਮੈਂ ਲੈਕਚਰ ਦੇਣ ਵੱਖ-ਵੱਖ ਦੇਸ਼ਾਂ 'ਚ, ਕਿ ਕੁਝ ਦੇਸ਼ ਨੇ ਜਿਵੇਂ ਸਿੰਗਾਪੁਰ ਵਗੈਰਾ, ਜਿੱਥੇ ਉਹਨਾਂ ਦੇ ਹੋਟਲਾਂ ਵਿੱਚ ਨਾ ਸਵੇਰੇ ਜੇ ਦੇਖੋ ਹੋ ਇੰਨੀ ਕਿਸਮ ਦਾ ਨਾਸ਼ਤੇ ਲੱਗੇ ਹੁੰਦੇ ਨੇ ਵੱਖ-ਵੱਖ ਦੇਸ਼ਾਂ ਵਾਲੇ, ਕਿ ਜਿਹੜੇ ਜਾਪਾਨੀਆਂ ਦਾ ਨਾਸ਼ਤਾ ਵੈ ਉਹ ਯੂਰਪੀਅਨਾਂ ਨਾਲੋਂ ਬਿਲਕੁਲ ਫਰਕ ਹੈ। ਜਿਹੜਾ ਯੂਰਪੀਅਨ ਦਾ ਨਾਸ਼ਤਾ ਹੈ, ਹਿੰਦੁਸਤਾਨੀਆਂ ਲਈ ਉਹਨਾਂ ਨੇ ਪੂੜੀ ਛੋਲੇ ਵੀ ਸਵੇਰੇ ਬਣਾ ਕੇ ਰੱਖੇ ਹੁੰਦੇ ਨੇ, ਯੂਰਪੀਅਨ ਦੇ ਲਈ ਐਗ ਬ੍ਰੈਡ ਰੱਖੀ ਹੁੰਦੀ ਹੈ ਹਾਂਜੀ, ਜਾਪਾਨੀਆਂ ਲਈ ਮੱਛੀ ਸਵੇਰੇ ਸਵੇਰੇ ਸ਼ੁਰੂ ਹੋ ਜਾਂਦੀ, ਜਿਹੜੀ ਸਾਨੂੰ ਘਿੱਚ ਆ ਜਾਏ ਕਿ ਕੱਚੀ ਮੱਛੀ ਸਵੇਰੇ ਸਵੇਰੇ ਸ਼ੁਰੂ ਹੋ ਗਏ। ਇਹੀ ਹਾਲ ਉਹ ਸਾਨੂੰ ਸਾਰੇ ਕਲਚਰ ਦੇ ਵਿੱਚੋਂ ਮਿਲਿਆ ਹੁੰਦਾ ਕਿ ਜਿਹਨੂੰ ਅਸੀਂ ਨਾਸ਼ਤਾ ਕਹਿੰਦੇ ਆ, ਉਹ ਸਾਡੇ ਲਈ ਕੀ ਹੈ। ਗ੍ਰੀਸ ਜਾਵਾਂ ਤਾਂ ਉੱਥੇ ਸਵੇਰ ਵੇਲੇ ਸਾਰੀਆਂ ਮਿੱਠੀਆਂ ਚੀਜ਼ਾਂ ਹਾਂਜੀ, ਹਰ ਬ੍ਰੈਡ 'ਚ ਵੀ ਮਿਠਾਸ। ਸਾਊਥ ਇੰਡੀਆ ਚਲੇ ਜਾਓ, ਉਹਨਾਂ ਦਾ ਨਾਸ਼ਤਾ ਦੂਜੀ ਕਿਸਮ ਦਾ। ਨਾਰਥ ਇੰਡੀਆ, ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਸਾਨੂੰ ਆਪਣੇ ਮੀਲਸ ਬਾਰੇ ਜਾਣਕਾਰੀ ਦਿੰਦੀਆਂ, ਤੇ ਇਹਨਾਂ ਨੂੰ ਸਮਝਣਾ ਇਹਦੇ 'ਚ ਬਦਲੀ ਤੇ ਆਉਂਦੀ ਹੈ। ਟ੍ਰੈਡੀਸ਼ਨਲੀ ਤੁਸੀਂ ਜੋ ਟਰੈਵਲ ਕਰਦੇ ਹੋ, ਕੁਝ ਕਰਦੇ ਹੋ, ਤੁਸੀਂ ਦੂਜੇ ਕਿਸਮ ਦੇ ਭੋਜਨ ਨੂੰ ਲੈਂਦੇ ਹੋ ਵੱਖ-ਵੱਖ ਸਮਿਆਂ 'ਤੇ, ਪਰ ਜਦੋਂ ਤੁਹਾਨੂੰ ਫ੍ਰੀ ਚੋਇਸ ਹੋਵੇ ਕਿ ਕਿਹੋ ਜਿਹਾ ਭੋਜਨ ਖਾਣਾ ਕਿਸ ਸਮੇਂ, ਉਹਨੂੰ ਫਿਰ ਅਸੀਂ ਉਹੀ ਡਿਫਾਲਟ ਸੈਟਿੰਗ ਜਿਹੜੀ ਹੁੰਦੀ ਹੈ ਨਾ, ਜਿਹਦੇ ਵਿੱਚ ਸਾਡੀ ਜ਼ਿੰਦਗੀ ਦੇ ਪਹਿਲੇ 10-12 ਸਾਲ ਲੰਘੇ ਹੁੰਦੇ ਨੇ, ਉਹ ਬ੍ਰੇਨ ਦੇ ਸਾਈਨੈਪਸਿਸ ਇਹੋ ਜਿਹੇ ਬਣਦੇ ਨੇ ਖੂਬਸੂਰਤ ਕਹਿ ਲਓ, ਜਾਂ ਉਹ ਰਿਜਿਡ ਹੋ ਜਾਂਦੇ ਨੇ ਕਿ ਉਹਦੇ ਵਿੱਚ ਚੇਂਜਸ ਲਿਆ ਤੇ ਸਕਦੇ ਆ, ਪਰ ਜਿਉਂ ਹੀ ਮੌਕਾ ਮਿਲੇ ਉਹ ਉਸੇ ਤਰੀਕੇ ਨਾਲ ਵਾਪਸ ਤੁਹਾਨੂੰ ਤੁਹਾਡੀ ਸੋ ਕਾਲਡ ਨੈਚੁਰਲ ਸਟੇਟ ਤੇ ਲੈ ਜਾਂਦੇ। ਜਿਵੇਂ ਮੈਂ ਆਪਣੇ ਪਹਿਲੇ ਜਾਂ ਦੂਜੇ ਲੈਕਚਰ 'ਚ ਇਵਨ ਲੈਂਗੁਏਜ ਦੀ ਗੱਲ ਕੀਤੀ ਸੀ ਕਿ ਮੇਰੀ ਨੈਚੁਰਲ ਸਟੇਟ ਲੈਂਗੁਏਜ ਜਿਹੜੀ ਆ ਉਹ ਪੰਜਾਬੀ ਹੈ, ਕਿਉਂਕਿ ਜਿਹਦੇ ਵਿੱਚ ਪਹਿਲੇ 7 ਤੋਂ 10 ਸਾਲ ਦੀ ਡਿਵੈਲਪਮੈਂਟ 'ਚ ਸੋਸ਼ਲ ਸਾਇੰਟਿਸਟ ਵੀ ਦੱਸਦੇ ਨੇ, ਸਾਈਕੋਲੋਜਿਸਟ ਵੀ ਦੱਸਦੇ ਨੇ, ਉਸ ਸਮੇਂ ਜਿਹੜੇ ਬ੍ਰੇਨ ਦੇ ਕਨੈਕਸ਼ਨਸ ਬਣਦੇ ਨੇ, ਜਿਹੜੇ ਸਾਈਨੈਪਸਿਸ ਬਣਦੇ ਨੇ, ਉਹ ਇੱਕ ਤਰੀਕੇ ਦੇ ਪਰਮਾਨੈਂਟ ਹੁੰਦੇ। ਇਸ ਲਈ ਇਹ ਸਮਾਜਿਕ ਗੱਲਾਂ ਕਰਾਂਗੇ ਕਿ ਉਸ ਸਮੇਂ ਆਈਡੀਓਲੋਜੀਕਲ ਲੈਵਲ ਤੇ ਵੀ, ਵਿਚਾਰਧਾਰਾ ਦੇ ਲੈਵਲ ਦੇ ਉੱਤੇ, ਵਿਸ਼ਵਾਸਾਂ ਦੇ ਲੈਵਲ ਤੇ ਵੀ ਜਿਹੜੇ ਸਾਈਨੈਪਸਿਸ ਬਣ ਜਾਂਦੇ ਨੇ, ਜਦੋਂ ਸਾਡਾ ਹਾਲੀ ਆਪਣਾ ਕੰਟਰੋਲ ਨਹੀਂ ਹੁੰਦਾ ਸਾਡੇ ਉੱਤੇ, ਉਹ ਲੱਗ ਜਾਂਦੇ ਨੇ, ਉਹ ਸਾਰੀ ਉਮਰ ਫਿਰ ਤੁਹਾਡੇ ਨਾਲ ਹੀ ਰਹਿੰਦੇ ਨੇ, ਉਹਨਾਂ ਨੂੰ ਫਿਰ ਬਦਲਿਆ ਤੇ ਜਾ ਸਕਦਾ, ਪਰ ਉਹਦੇ ਲਈ ਮਿਹਨਤ ਕਰਨੀ ਪੈਂਦੀ ਹੈ। ਸੋ ਇਸ ਤਰ੍ਹਾਂ ਦੀ ਈਟਿੰਗ ਹੈਬਿਟਸ, ਖਾਣ ਦੇ ਤਰੀਕਿਆਂ ਨੂੰ ਪੁਰਾਣੀ ਗ੍ਰੀਕ ਫਿਲਾਸਫੀ ਦੇ 'ਚ ਇੱਕ ਫਿਲਾਸਫੀ ਹੈ ਐਪੀਕਿਊਰੀਅਸ ਇੱਕ ਫਿਲਾਸਫਰ ਸੀ। ਉਹਦਾ ਸੈਂਟਰਲ ਮੈਸੇਜ ਇਹ ਸੀ ਕਿ ਭੋਜਨ ਜਦੋਂ ਵੀ ਖਾਣਾ ਹੈ ਨਾ, ਉਹ ਤੁਸੀਂ ਕਿਸੇ ਕੰਪਨੀ 'ਚ ਬਹਿ ਕੇ, ਕਿਸੇ ਚੰਗੀ ਸੰਗਤ 'ਚ ਬਹਿ ਕੇ ਖਾਣਾ ਹੈ। ਉਹ ਪਰਿਵਾਰ ਦੀ ਸੰਗਤ ਹੋ ਸਕਦੀ ਹੈ, ਦੋਸਤਾਂ ਦੀ ਉਸੇ, ਜਿੱਥੇ ਤੁਹਾਡਾ ਸਾਰਾ ਕੁਝ ਉਸ ਸਮੇਂ ਚੰਗਾ ਮਾਹੌਲ ਚੱਲਦਾ ਹੋਵੇ। ਅੱਜ ਕੱਲ੍ਹ ਅਸੀਂ ਤੇ ਸਿਰਫ ਸਾਡੀ ਕੰਪਨੀ ਟੈਲੀਵਿਜ਼ਨ ਹੀ ਹੁੰਦੀ ਹੈ ਹਾਂਜੀ, ਇਕੱਠੇ ਬਹਿ ਕੇ ਖਾਣਾ, ਇੱਕ ਦੂਜੇ ਨੂੰ ਧਿਆਨ ਦੇਣਾ, ਸਰਵ ਕਰਨਾ, ਉਹ ਦਿਨ ਬ ਦਿਨ ਘੱਟ ਹੀ ਗਿਆ ਜਾਂ ਮੁੱਕ ਹੀ ਗਿਆ। ਪਰ ਐਪੀਕਿਊਰੀਅਨ ਫਿਲਾਸਫੀ ਦੇ ਵਿੱਚ ਬੇਸਿਕਲੀ ਇਹ ਜ਼ਰੂਰ ਸੀ ਕਿ ਤੁਸੀਂ ਆਪਣਾ ਜਦੋਂ ਵੀ ਭੋਜਨ ਖਾਣਾ ਹੈ, ਉਹਨੂੰ ਕਿਸੇ ਸਮਾਜਿਕ ਰੂਪ 'ਚ ਖਾਣਾ। ਪਰ ਉਹਦੇ ਵਿੱਚ ਹੁਣ ਉਹੀ ਦਿੱਕਤ ਵੀ ਆਉਂਦੀ ਹੈ ਕਿ ਇਹ ਜ਼ਰੂਰੀ ਨਹੀਂ ਕਿ ਹਰੇਕ ਬੰਦੇ ਨੂੰ ਇਕੱਠੇ ਬਹਿ ਕੇ ਖਾਣਾ ਪਸੰਦ ਕਰਦੇ। ਕਈ ਲੋਕੀ ਬਿਲਕੁਲ ਇਕਾਂਤ ਸੁਭਾਅ ਦੇ ਹੁੰਦੇ ਨੇ, ਜਿਹੜਾ ਸੋਲੀਚਿਊਡ ਹੈ, ਉਹੀ ਚੋਇਸ ਦੇ ਨਾਲ ਉਹ ਬਹੁਤ ਹੀ ਜ਼ਬਰਦਸਤ ਹੋ ਸਕਦਾ। ਉਹਦੀ ਮੈਂ ਫਿਰ ਕਿਸੇ ਸਮੇਂ ਗੱਲ ਕਰਾਂਗੇ ਕਿ ਸੋਲੀਚਿਊਡ ਦੇ ਵਿੱਚ ਜੋ ਆਨੰਦ ਆਉਂਦਾ, ਪਰ ਮੋਸਟਲੀ ਸਾਨੂੰ ਕੰਪਨੀ ਚਾਹੀਦੀ ਹੁੰਦੀ ਹੈ, ਤੇ ਜਿਨ੍ਹਾਂ ਨੂੰ ਨਾ ਕੰਪਨੀ ਮਿਲੇ ਉਹਨਾਂ ਦੀ ਹਾਲਤ ਖਰਾਬ ਹੋ ਸਕਦੀ ਹੈ ਜੇ ਇਕੱਲੇ ਬਹਿ ਕੇ ਖਾਣਾ ਪੈ ਜੇ। ਇਹ ਇੱਥੇ ਡੈਨਮਾਰਕ ਦੇ ਵਿੱਚ ਰਿਸਰਚ ਵੀ ਹੋਈ ਕਿ ਜਿਹੜੇ ਓਲਡ ਪੀਪਲਸ ਹੋਮਸ ਦੇ ਵਿੱਚ ਬਜ਼ੁਰਗ ਰਹਿੰਦੇ ਨੇ ਹਾਂਜੀ, ਕਿ ਉਹ ਉੱਥੇ ਬਹੁਤੇ ਉਹਨਾਂ ਨੂੰ ਮੈਂਟਲ ਡਿਪਰੈਸ਼ਨ ਜਾਂ ਕਈ ਉਹਨਾਂ ਚੀਜ਼ਾਂ ਦੀ ਪ੍ਰੋਬਲਮਸ ਤੇ ਰਹਿੰਦੀਆਂ। ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਨਿਊਟ੍ਰੀਸ਼ਨ ਠੀਕ ਨਹੀਂ ਮਿਲ ਰਹੀ, ਤੇ ਨਿਊਟ੍ਰੀਸ਼ਨ ਦੇਣੀ ਹੈ ਹਾਂਜੀ। ਹੁਣ ਆ ਗਈ ਨਾ ਸਾਇੰਸ ਦੀ ਗੱਲ, ਨਿਊਟ੍ਰੀਸ਼ਨ ਦੇਣੀ ਹੈ। ਨਿਊਟ੍ਰੀਸ਼ਨ ਦੇ ਲਈ ਉਹਨਾਂ ਕੈਲਕੂਲੇਟ ਤੇ ਕੀਤਾ ਪਰਫੈਕਟਲੀ ਕਿ ਕਿੰਨੇ % ਪ੍ਰੋਟੀਨ ਹੋਵੇ, ਕਿੰਨੇ % ਕਾਰਬੋਹਾਈਡਰੇਟ ਹੋਣ ਚੀਜ਼ ਹੋਵੇ, ਤੇ ਈਵਨ ਉਹਨੂੰ ਡੈਨਿਸ਼ ਕਲਚਰ ਦੇ ਹਿਸਾਬ ਸਿਰ ਵੀ ਦੇਖਿਆ ਕਿ ਡੈਨਮਾਰਕ ਦੇ ਵਿੱਚ ਜੇ ਉਹ ਮੀਟ ਦੇ ਬਾਲਸ ਬਣਾਉਂਦੇ ਆ ਤੇ ਉਹ ਕਬਾਬ ਨਹੀਂ ਹੁੰਦਾ, ਉਹ 'ਚ ਮਸਾਲੇ ਨਹੀਂ ਪਾਏ ਹੁੰਦੇ, ਉਹਨੂੰ ਫ੍ਰਿਕੇਡੈਲਾ ਕਹਿੰਦੇ ਆ। ਉਹ ਫ੍ਰਿਕੇਡੈਲਾ ਹੋਏਗਾ, ਨਾਲ ਆਲੂ ਦਾ ਸਲਾਦ ਹੋਏਗਾ, ਨਾਲ ਥੋੜ੍ਹਾ ਜਿਹਾ ਉਬਲੇ ਆਲੂ ਹੋਣਗੇ, ਥੋੜ੍ਹੇ ਜਿਹੇ ਕਈ ਤਰ੍ਹਾਂ ਦੇ ਸਲਾਦ ਹੋਣਗੇ। ਪਰ ਉਹ ਉਹਨਾਂ ਨੂੰ ਪਲਾਸਟਿਕ ਦੇ ਡੱਬਿਆਂ 'ਚ ਬੰਦ ਕਰਕੇ ਤੇ ਉਹਨਾਂ ਬਜ਼ੁਰਗਾਂ ਨੂੰ ਰੋਜ਼ ਜਾਂ ਤੀਜੇ ਦਿਨ ਸਪਲਾਈ ਹੁੰਦੀ ਸੀ ਕਿ 2 ਦਿਨ ਫਿਰ ਤੁਸੀਂ ਆਪੇ ਗਰਮ ਕਰ ਲਓ ਆਪਣੇ ਮਾਈਕ੍ਰੋਵੇਵ। ਉਹਦੇ ਨਾਲ ਕੋਈ ਇੰਪਰੂਵਮੈਂਟ ਹੋਣ ਦੀ ਥਾਂ ਤੇ ਉਹਨਾਂ ਦੀ ਸਿਹਤ ਦੀ ਡਿਪਰੈਸ਼ਨ ਹੋਰ ਵਧਣੇ ਸ਼ੁਰੂ ਹੋਏ। ਕਿ ਭਾਵੇਂ ਉਹ ਉਹਨਾਂ ਦੇ ਦੇਸ਼ ਦਾ ਕਲਚਰ ਦਾ ਭੋਜਨ ਸੀ, ਉਹਨਾਂ ਨੂੰ ਕੋਈ ਪਰੌਂਠੇ ਤੇ ਤੰਦੂਰੀ ਮੁਰਗਾ ਨਹੀਂ ਸੀ ਉਹਨਾਂ ਤੇ ਥੋਪਿਆ ਜਾ ਰਿਹਾ, ਫ੍ਰਿਕੇਡੈਲਾ ਤੇ ਉਹਨਾਂ ਦੇ ਪੋਟੇਟੋ ਤੇ ਉਹ ਸਾਰਾ ਕੁਝ, ਉਹ ਫਿਰ ਵੀ ਡਿਪਰੈਸ, ਕਿਉਂਕਿ ਉਹੀ ਇਕੱਲੇ ਬੈਠੇ ਆਪਣੇ ਕਮਰੇ 'ਚ ਉਹਨੂੰ ਖਾ ਰਹੇ ਨੇ। ਕਿਸੇ ਮਨੁੱਖ ਨਾਲ ਲੈਣਾ ਦੇਣਾ ਨਹੀਂ, ਕਿਸੇ ਨਾਲ ਉਹ ਜਿਹੜੀ ਛੋਹ ਦੀ ਭੁੱਖ ਹੈ ਉਹ ਨਹੀਂ ਪੂਰੀ ਹੋ ਰਹੀ।
ਉਹ ਇਮੀਡੀਏਟਲੀ ਬੰਦ ਕਰਨਾ ਪਿਆ ਕਿ ਇੰਜ ਨਹੀਂ, ਨਿਊਟ੍ਰੀਸ਼ਨ ਦੇ ਲੈਵਲ ਤੇ ਨਹੀਂ ਗੱਲ ਹੋਣੀ, ਇਹ ਫੂਡ ਤੇ ਮੀਲ ਦੇ ਲੈਵਲ ਤੇ ਗੱਲ ਹੋਣੀ। ਸੋ ਪਹਿਲੇ ਤੇ ਫੂਡ ਦੇ ਮਾਮਲੇ ਵਿੱਚ ਅੱਜ ਦਾ ਮੈਸੇਜ ਇਹੀ ਮੈਂ ਦਿਆਂਗੇ ਕਿ ਪਹਿਲੇ ਆਪਣੇ ਫੂਡ ਨੂੰ ਇਹ ਪਛਾਣੋ ਕਿ ਤੁਸੀਂ ਕਿਸ ਤਰੀਕੇ ਦਾ ਭੋਜਨ ਕਿਹੜੇ ਕੌਨਟੈਕਸਟ ਦੇ ਵਿੱਚ ਕਿਵੇਂ ਬੈਠ ਕੇ ਖਾਣਾ ਚਾਹੁੰਦੇ ਹੋ। ਫਿਰ ਉਹਦੇ ਵਿੱਚ ਹਰਮੈਟਿਕ ਵੇ ਕੀ ਹੋਏਗਾ। ਉਹ ਹਰਮੈਟਿਕ ਵੇ ਦੇ 3 ਪ੍ਰਿੰਸੀਪਲ ਨੇ। ਅੱਜ ਫਿਰ ਉਹੀ ਗੱਲ ਹੋਈ ਹੈ ਕਿ ਉੱਥੋਂ ਤੱਕ ਗੱਲ ਵਧਾਉਣ ਦਾ ਮੌਕਾ ਨਹੀਂ ਬਣਿਆ, ਪਰ ਉਹ ਕੱਲ ਤੋਂ ਫਿਰ ਸ਼ੁਰੂ ਹੋਣਗੇ ਕਿ ਇਹਨਾਂ ਨੂੰ ਫਿਰ ਚੁਣਨਾ ਕੀ ਹੈ ਕਿ ਕਿਹੜਾ ਭੋਜਨ ਚੰਗਾ ਹੈ ਤੇ ਕਿਹੜਾ ਮਾੜਾ। ਉਹਦਾ ਪ੍ਰਿੰਸੀਪਲ ਨੰਬਰ 1 ਤੇ ਮੈਂ ਦੱਸ ਸਕਦਾ। ਇਹਨਾਂ ਗੱਲਾਂ ਨੂੰ ਹੁਣ ਜਿਹੜੀਆਂ ਮੈਂ ਦੱਸਣੀਆਂ ਨੇ ਨਾ, ਉਹਨਾਂ ਨੂੰ ਮੈਂ ਸਾਰਿਆਂ ਉੱਤੇ ਲਾਗੂ ਨਹੀਂ ਕਰ ਸਕਦਾ, ਕਿਉਂਕਿ ਸਾਰੇ ਜਿਹੜੇ ਤੁਸੀਂ ਸੁਣਨ ਵਾਲੇ ਹੋ ਇੱਕ ਤੋਂ ਇੱਕ ਮਹਾਨ ਵਿਦਵਾਨ ਤੇ ਐਕਸਪੀਰੀਅੰਸਡ ਬੰਦੇ ਬੈਠੇ ਹੋ। ਹਾਂਜੀ, ਤੁਹਾਨੂੰ ਇਹ ਸਾਰੀਆਂ ਚੀਜ਼ਾਂ ਸੁਣਨ ਤੋਂ ਬਾਅਦ ਸਾਂਝ ਤੇ ਵੀ ਲੱਗਦਾ ਹੋਏਗਾ ਕਿ ਇਹ ਤਾਂ ਸਭ ਕੁਝ ਹੀ ਪਤਾ ਹੈ। ਹਾਂ, ਪਤਾ ਹੈ, ਤੁਹਾਨੂੰ ਸਭ ਨੂੰ ਪਤਾ ਹੈ। ਮੈਂ ਸਿਰਫ ਇਹੀ ਦੱਸਾਂਗਾ ਕਿ ਜੇ ਮੈਂ ਹਰਮੈਟਿਕ ਵੇ ਆਫ ਲਾਈਫ ਆਪਣੀ ਜ਼ਿੰਦਗੀ 'ਚ ਅਪਣਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਮੈਂ ਕਿਵੇਂ ਕਰ ਰਿਹਾ। ਹਾਂਜੀ, ਕਿ ਮੇਰੇ ਲਈ ਹਰਮੈਟਿਕ ਵੇ ਆਫ ਲਾਈਫ ਮੇਰੇ ਲਈ ਕੀ ਹੈ। ਉਹਦੇ ਵਿੱਚੋਂ ਫਿਰ ਇਹੀ ਮੇਰਾ ਮੇਨ ਮੰਤਵ ਇਸ ਸੀਰੀਜ਼ ਦਾ ਇਹੀ ਸੀ ਕਿ ਤੁਹਾਨੂੰ ਮੈਂ ਤਿਆਰ ਕਰਾਂ ਆਪਣੇ ਲਈ ਆਪਣੀ ਪੁੜੀ ਬਣਾਉਣ ਜੋਗੇ ਹੋ ਜਾਓ। ਹਾਂਜੀ, ਮੈਂ ਉਹਦੇ 'ਚ ਗਾਈਡੈਂਸ ਤੇ ਕਰ ਰਿਹਾ। ਕੱਲ ਤੋਂ ਫਿਰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਮੈਂ ਹਰਮੈਟਿਕ ਵੇ ਆਫ ਲਾਈਫ ਨੂੰ ਆਪਣੀ ਜ਼ਿੰਦਗੀ ਵਿੱਚ ਕਿਵੇਂ ਸ਼ਾਮਲ ਕਰਦਾ ਤੇ ਉਹਦੇ ਕੁਝ ਮੈਨੂੰ ਫਾਇਦੇ ਹੋ ਰਹੇ ਦੇ ਕਿ ਨਹੀਂ ਹੋ ਰਹੇ। ਇਹ ਮੈਨੂੰ ਹੁਣੇ ਬੁਢੇਪੇ ਵਿੱਚ ਹੀ ਸ਼ੁਰੂ ਕਰਨੀ ਚਾਹੀਦੀ ਸੀ ਕਿ ਪਹਿਲੋਂ ਸ਼ੁਰੂ ਕਰ ਲੈਣੀ ਚਾਹੀਦੀ ਸੀ ਕਿ ਕਿਵੇਂ ਹੋਈ। ਇਹ ਸਾਰੀਆਂ ਗੱਲਾਂ ਫੇਰ ਕਰਾਂਗੇ। ਅੱਜ ਈਵਨ 21-22 ਮਿੰਟ ਦੇ ਉੱਤੇ ਪੁੱਜਦੇ ਪਏ ਹਾਂ। ਸੋ ਜੀ, ਇਹ ਹਰਮੈਟਿਕ ਕਰਵ ਯਾਦ ਰੱਖੋ। ਹਰ ਚੀਜ਼ ਦੇ ਪਿੱਛੇ ਇਹ ਬਾਈਫੇਜ਼ਿਕ ਰਿਸਪੌਂਸ ਹੈ। ਇੱਕ ਲੈਵਲ ਤੇ ਚੀਜ਼ਾਂ ਜਿਹੜੀਆਂ ਚੰਗਾ ਇਫੈਕਟ ਦਿੰਦੀਆਂ, ਦੂਜੇ ਲੈਵਲ ਤੇ ਉਹ ਬਹੁਤ ਮਾੜਾ ਵੀ ਇਫੈਕਟ ਦਿੰਦੀਆਂ। ਜਿਹੜੀਆਂ ਚੀਜ਼ਾਂ ਮਾੜਾ ਇਫੈਕਟ ਦਿੰਦੀਆਂ ਨੇ ਉਹ ਇੱਕ ਛੋਟੇ ਲੈਵਲ ਤੇ ਚੰਗਾ ਇਫੈਕਟ ਦਿੰਦੀਆਂ। ਇਹ ਹੈ ਹਰਮੀਸਿਸ ਤੇ ਇਹ ਹੈ ਹਰਮੈਟਿਕ ਵੇ ਆਫ ਲਾਈਫ। कल फिर मिलेंगे। आज की मुलाकात बस इतनी।